ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕੀ ਜੱਜ ਨੇ ਮਿਨੀਸੋਟਾ ਦੇ ਸ਼ਰਨਾਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਟਰੰਪ ਨੀਤੀ ਤੇ ਲਗਾਈ ਰੋਕ। ਅਮਰੀਕੀ ਸੈਨੇਟ ਦੇ ਇਮੀਗ੍ਰੇਸ਼ਨ ਏਜੰਟਾਂ ਲਈ ਮਾਸਕ ਤੇ ਪਾਬੰਦੀ, ਬੋਡੀ ਕੈਮਰੇ ਦੀ ਜ਼ਰੂਰਤ, ID ਦੀ ਮੰਗ ਕੀਤੀ। ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਹੈਦਰਾਬਾਦ ਦੇ H1B ਧਾਰਕ ਨੂੰ ਵਾਪਸ ਭੇਜਿਆ। ਟਰੰਪ ਦੇ ਕਤਲ ਦੀ ਸਾਜ਼ਿਸ਼ ਐਕਸਪੋਜ਼ਡ। ਟਰੰਪ ਦੇ ਭਾਰਤੀ ਮੂਲ ਦੇ ਸਾਈਬਰ ਮੁਖੀ ਨੇ ChatGPT ਤੇ ਮਹੱਤਵਪੂਰਨ ਫਾਈਲਾਂ ਕੀਤੀਆਂ ਅਪਲੋਡ। ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਇੱਕ ਅਮਰੀਕੀ ਜੱਜ ਨੇ ਮਿਨੀਸੋਟਾ ਵਿੱਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲਗਭਗ 5600 ਕਾਨੂੰਨੀ ਸ਼ਰਨਾਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਟਰੰਪ ਪ੍ਰਸ਼ਾਸਨ ਦੀ ਹਾਲ ਹੀ ਦੇ ਵਿੱਚ ਐਲਾਨੀ ਗਈ ਨੀਤੀ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਇੱਕ ਲਿਖਤੀ ਫੈਸਲੇ ਦੇ ਵਿੱਚ ਮਿਨੀਆਪੋਲਿਸ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਜੋਨ ਨੇ ਕਿਹਾ ਹੈ ਕਿ ਸੰਘੀ ਏਜੰਟਾਂ ਨੇ ਸੰਭਾਵਤ ਤੌਰ ਤੇ ਇਨ੍ਹਾਂ ਸ਼ਰਨਾਰਥੀਆਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕਰਕੇ ਕਈ ਸੰਘੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਤਾਂ ਜੋ ਉਹਨਾਂ ਨੂੰ ਵਾਧੂ ਜਾਂਚ ਦੇ ਅਧੀਨ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਆਪਣੇ ਸਭ ਤੋਂ ਵਧੀਆ ਸਮੇਂ ਤੇ ਅਮਰੀਕਾ ਇੱਕ ਅਜਿਹੀ ਦੁਨੀਆ ਵਿੱਚ ਵਿਅਕਤੀਗਤ ਆਜ਼ਾਦੀਆਂ ਦੇ ਪਨਾਹਗਾਹ ਵਜੋਂ ਕੰਮ ਕਰਦਾ ਹੈ ਜੋ ਅਕਸਰ ਜ਼ੁਲਮ ਅਤੇ ਬੇਰਹਿਮੀ ਨਾਲ ਭਰੀ ਹੁੰਦੀ ਹੈ। ਸੋ ਉਹਨਾਂ ਨੇ ਕਿਹਾ ਅਸੀਂ ਉਸ ਆਦਰਸ਼ ਨੂੰ ਤਿਆਗ ਦਿੰਦੇ ਹਾਂ ਜਦੋਂ ਅਸੀਂ ਆਪਣੇ ਗੁਆਂਢੀਆਂ ਨੂੰ ਡਰ ਅਤੇ ਹਫੜਾ ਦਫੜੀ ਦੇ ਅਧੀਨ ਕਰਦੇ ਹਾਂ। ਜੱਜ ਨੇ ਇੱਕ ਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਜਿਸ ਵਿੱਚ ਸੰਘੀ ਏਜੰਟਾਂ ਨੂੰ ਮਿਨੀਸੋਟਾ ਵਿੱਚ ਉਹਨਾਂ ਕਾਨੂੰਨੀ ਸ਼ਰਨਾਰਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਰੋਕਿਆ ਗਿਆ ਜਿਨ੍ਹਾਂ ਤੇ ਇਮੀਗ੍ਰੇਸ਼ਨ ਉਲੰਘਣਾਵਾਂ ਦਾ ਦੋਸ਼ ਨਹੀਂ ਲਗਾਇਆ ਗਿਆ। ਜੱਜ ਨੇ ਕਿਹਾ ਕਿ ਇਹ ਫੈਸਲਾ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਉਹ ਨੀਤੀ ਨੂੰ ਚੁਣੌਤੀ ਦੇਣ ਵਾਲੇ ਨਾਗਰਿਕ ਅਧਿਕਾਰ ਸਮੂਹਾਂ ਦੁਆਰਾ ਵਾਧੂ ਕਾਨੂੰਨੀ ਦਲੀਲਾਂ ਨਹੀਂ ਸੁਣਦੇ। ਟਰੰਪ ਪ੍ਰਸ਼ਾਸਨ ਨੇ ਦਸੰਬਰ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਇਮੀਗ੍ਰੇਸ਼ਨ ਏਜੰਟ ਮਿਨੀਆਪੋਲਿਸ ਅਤੇ ਸੈਂਟ ਪਾਲ ਭੇਜੇ ਜਿਸ ਨੂੰ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਲਈ ਇੱਕ ਕਾਰਵਾਈ ਵਜੋਂ ਦਰਸਾਇਆ। ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਏਜੰਟੇ ਦੇ ਨਿਰਮਾਤਾ ਹਨ, ਉਹਨਾਂ ਨੇ ਐਕਸ ਤੇ ਜੱਜ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਇਹ ਕਿਹਾ ਕਿ ਲੋਕਤੰਤਰ ਦੀ ਨਿਆਇਕ ਤੋੜ-ਫੋੜ ਦੇ ਕਦੇ ਨਾ ਖਤਮ ਹੋਣ ਵਾਲੀ ਹੈ। ਇਹ ਹੁਕਮ ਆਪਰੇਸ਼ਨ ਪੈਰਿਸ ਲਈ ਇੱਕ ਵੱਡਾ ਝਟਕਾ ਸੀ ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਦੁਆਰਾ ਐਲਾਨਿਆ ਗਿਆ ਇੱਕ ਪ੍ਰੋਗਰਾਮ ਸੀ ਅਤੇ ਇਸ ਨੂੰ ਨਵੇਂ ਪਿਛੋਕੜ ਦੀ ਜਾਂਚ ਰਾਹੀਂ ਹਜ਼ਾਰਾਂ ਸ਼ਰਨਾਰਥੀ ਮਾਮਲਿਆਂ ਦੀ ਮੁੜ ਜਾਂਚ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਵਜੋਂ ਬਿੱਲ ਕੀਤਾ ਗਿਆ ਹੈ। ਅਮਰੀਕੀ ਸੈਨੇਟ ਡੈਮੋਕ੍ਰੇਟਸ ਨੇ ਸੰਘੀ ਇਮੀਗ੍ਰੇਸ਼ਨ ਲਾਗੂ ਕਰਨ ਦੇ ਲਈ ਲਾਗੂ ਕੀਤੇ ਜਾਣ ਵਾਲੇ ਆਮ ਸਮਝ ਵਾਲੇ ਬਦਲਾਵਾਂ ਦਾ ਵੇਰਵਾ ਦਿੰਦੇ ਹੋਏ ਇਹ ਕਿਹਾ ਕਿ ਫੰਡਿੰਗ ਪੈਕੇਜ ਵਿੱਚ ਸੁਧਾਰ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ਜਿਸ ਨੂੰ ਅੰਸ਼ਕ ਸਰਕਾਰੀ ਬੰਦ ਤੋਂ ਬਚਣ ਲਈ ਹਫ਼ਤੇ ਦੇ ਅੰਤ ਤੋਂ ਪਹਿਲਾਂ ਕਾਨੂੰਨ ਬਣਨ ਦੀ ਜ਼ਰੂਰਤ ਹੈ। ਸੋ ਘੱਟ ਗਿਣਤੀ ਆਗੂ ਦੇ ਵਿੱਚ ਚੱਕ ਸ਼ੂਮਰ DNY ਉਹਨਾਂ ਨੇ ਬੰਦ ਦਰਵਾਜ਼ੇ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਕਾਨੂੰਨ ਸਾਜ਼ ਕਈ ਨੀਤੀਗਤ ਪਾਬੰਦੀਆਂ ਤੇ ਇਕਜੁੱਟਤਾ ਕੀਤੀ ਹੈ ਜਿਨ੍ਹਾਂ ਦੇ ਵਿੱਚ ਕੁਝ ਆਮ ਗੱਲਾਂ ਸ਼ਾਮਲ ਹਨ ਜਿਵੇਂ ਕਿ ਘੁੰਮਦੇ ਫਿਰਦੇ ਗਸ਼ਤ ਦਾ ਅੰਤ ਕਰਨਾ, ਇਸ ਤੋਂ ਇਲਾਵਾ ਵਾਰੰਟਾਂ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਖਤ ਕਰਨਾ, ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੂੰ ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਤਾਲਮੇਲ ਕਰਨ ਦੀ ਲੋੜ ਰੱਖਣਾ, ਇਸ ਤੋਂ ਇਲਾਵਾ ਇੱਕ ਸਮਾਨ ਆਚਾਰ ਸੰਹਿਤਾ ਲਾਗੂ ਕਰਨਾ ਜੋ ਸੰਘੀ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਾਜ ਅਤੇ ਸਥਾਨਕ ਏਜੰਸੀਆਂ ਤੇ ਲਾਗੂ ਹੋਣ ਵਾਲੇ ਮਿਆਰਾਂ ਦੇ ਉਸੇ ਸਮੂਹ ਤੇ ਕਾਇਮ ਰੱਖਦਾ ਹੈ। ਮਾਸਕ ਪਹਿਨਣ ਤੋਂ ਪਰਹੇਜ਼ ਕਰਨਾ, ਸਰੀਰ ਤੇ ਲੱਗੇ ਕੈਮਰਿਆਂ ਦੀ ਵਰਤੋਂ ਦੀ ਲੋੜ ਤੇ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਲਾਜ਼ਮੀ ਇਮੀਗ੍ਰੇਸ਼ਨ ਏਜੰਟਾਂ ਕੋਲ ਸਹੀ ਪਛਾਣ ਪੱਤਰ ਹੋਣਾ ਚਾਹੀਦਾ ਹੈ। ਇਹ ਆਮ ਸਮਝ ਵਾਲੇ ਸੁਧਾਰ ਹਨ ਜਿਨ੍ਹਾਂ ਨੂੰ ਅਮਰੀਕੀ ਜਾਣਦੇ ਹਨ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਤੋਂ ਉਮੀਦ ਕਰਦੇ ਹਨ। ਸੋ ਜੇਕਰ ਰਿਪਬਲਿਕਨ ਉਹਨਾਂ ਦਾ ਸਮਰਥਨ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਹ ਵਿਵਸਥਾ ਦੀ ਬਜਾਏ ਹਫੜਾ ਦਫੜੀ ਦੀ ਚੋਣ ਕਰ ਰਹੇ ਹਨ। ਸੋ ਉਹ ICE ਨੂੰ ਅਮਰੀਕੀ ਜੀਵਨ ਪ੍ਰਤੀ ਜਵਾਬਦੇਹੀ ਤੋਂ ਬਚਾਉਣ ਦੀ ਚੋਣ ਕਰ ਰਹੇ ਹਨ।
ਅਮਰੀਕਾ ਵਿੱਚ ਕੰਮ ਕਰ ਰਹੇ ਹੈਦਰਾਬਾਦ ਦੇ ਵਾਸੀ ਇੱਕ H1B ਵੀਜ਼ਾ ਧਾਰਕ ਨੂੰ ਜਾਇਜ਼ ਦਸਤਾਵੇਜ਼ ਹੋਣ ਦੇ ਬਾਵਜੂਦ ਆਬੂ ਧਾਬੀ 에ਅਰਪੋਰਟ ਸਥਿਤ ਅਮਰੀਕੀ ਪ੍ਰੀ ਕਲੀਅਰੈਂਸ ਤੋਂ ਵਾਪਸ ਭੇਜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ H1B ਵੀਜ਼ਾ ਤੇ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਬੰਧਿਤ ਵਿਅਕਤੀ ਅਮਰੀਕਾ ਨੂੰ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਛੁੱਟੀਆਂ ਬਿਤਾਉਣ ਤੋਂ ਬਾਅਦ ਭਾਰਤ ਤੋਂ ਵਾਪਸ ਆ ਰਿਹਾ ਸੀ। ਆਬੂ ਧਾਬੀ 에ਅਰਪੋਰਟ ਤੇ ਅਮਰੀਕੀ ਪ੍ਰੀ ਕਲੀਅਰੈਂਸ ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਪਾਸੋਂ ਕਈ ਸਵਾਲ ਪੁੱਛੇ ਅਤੇ ਬਾਅਦ ਵਿੱਚ ਉਸ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵੀਜ਼ਾ ਵੈਲਿਡ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਦਾਖਲੇ ਲਈ ਢੁਕਵਾਂ ਨਾ ਮਿਲਣ ਦਾ ਹਵਾਲਾ ਦਿੱਤਾ। ਪੀੜਿਤ ਯਾਤਰੀ ਨੂੰ ਉਸੇ ਫਲਾਈਟ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਅਮਰੀਕੀ ਅਧਿਕਾਰੀਆਂ ਵੱਲੋਂ ਇਸ ਫੈਸਲੇ ਦਾ ਵਿਸਤ੍ਰਿਤ ਕਾਰਨ ਜਨਤਕ ਨਹੀਂ ਕੀਤਾ ਗਿਆ। ਮਾਹਰਾਂ ਦਾ ਇਹ ਕਹਿਣਾ ਹੈ ਕਿ ਪ੍ਰੀ ਕਲੀਅਰੈਂਸ ਦੌਰਾਨ ਅਮਰੀਕੀ ਅਧਿਕਾਰੀ ਦਾਖਲੇ ਤੋਂ ਪਹਿਲਾਂ ਹੀ ਯਾਤਰਾ ਨੂੰ ਰੋਕ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਵੈਸਟ ਵਰਜੀਨੀਆ ਸੂਬੇ ਦੀ ਲਾਇਬ੍ਰੇਰੀਅਨ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਥਿਤ ਤੌਰ ਤੇ ਟਿਕਟੌਕ ਰਾਹੀਂ ਸੰਭਾਵਤ ਕਾਤਲਾਂ ਦੀ ਭਰਤੀ ਕਰ ਰਹੀ ਸੀ। ਜੈਕਸਨ ਕਾਉਂਟੀ ਦੇ ਸ਼ੈਰਿਫ ਦਫ਼ਤਰ ਮੁਤਾਬਕ ਪਹਿਲੀ ਹੈਰਾਨਕੁਨ ਟਿੱਪਣੀ ਬਾਰੇ ਐਤਵਾਰ ਨੂੰ ਪਤਾ ਲੱਗਾ ਅਤੇ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕਰਦਿਆਂ 39 ਸਾਲ ਦੀ ਮੋਰਗਨ ਮੋਰੋ ਦੀ ਪੈੜ ਨੱਪੀ ਜਾ ਸਕੇ। ਵੈਸਟ ਵਰਜੀਨੀਆ ਦੀ ਮਹਿਲਾ ਗ੍ਰਿਫਤਾਰ ਕੀਤੀ ਗਈ ਹੈ। ਮੋਰਗਨ ਨੇ ਪੁਲਿਸ ਅੱਗੇ ਕਬੂਲ ਕੀਤਾ ਕਿ ਉਸਨੇ ਹੀ ਰਾਸ਼ਟਰਪਤੀ ਟਰੰਪ ਬਾਰੇ ਟਿਕਟੌਕ ਤੇ ਭੜਕਾਊ ਟਿੱਪਣੀ ਕੀਤੀ। ਦੂਜੇ ਪਾਸੇ ਮਿਨੀਆਪੋਲਿਸ ਵਿਖੇ ਇੱਕ ਟਾਊਨ ਹਾਲ ਦੌਰਾਨ ਅਮਰੀਕਾ ਦੀ ਸੰਸਦ ਦੇ ਹੇਠਲੇ ਸਦਨ ਦੀ ਮੈਂਬਰ ਇਲਹਾਨ ਉਮਰ ਉੱਤੇ ਹਮਲਾ ਹੋ ਗਿਆ ਅਤੇ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਸਾਰਾ ਡਰਾਮਾ ਇਲਹਾਨ ਨੇ ਖੁਦ ਰਚਿਆ। ਤੁਹਾਨੂੰ ਦੱਸ ਦੇ ਕਿ ਇਕੱਠ ਨੂੰ ਸੰਬੋਧਨ ਕਰਦਿਆਂ ਜਿਉਂ ਹੀ ਇਲਹਾਨ ਉਮਰ ਨੇ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦੇ ਅਸਤੀਫੇ ਦੀ ਮੰਗ ਕੀਤੀ ਤਾਂ ਭੀੜ ਵਿੱਚ ਮੌਜੂਦ ਇੱਕ ਸ਼ਖਸ ਉੱਠ ਕੇ ਆਇਆ ਅਤੇ ਇੱਕ ਸਰਿੰਜ ਨਾਲ ਕਿਸੇ ਤਰਲ ਪਦਾਰਥ ਦਾ ਛਿੜਕਾਅ ਕੀਤਾ। ਸਿਰਫ ਇੰਨਾ ਹੀ ਨਹੀਂ, ਹਮਲਾਵਰ ਹੀ ਇਲਹਾਨ ਉਮਰ ਦੇ ਅਸਤੀਫੇ ਦੀ ਮੰਗ ਕਰਨ ਲੱਗਾ। ਪੁਲਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਵਿਰੁੱਧ 3rd ਡਿਗਰੀ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਅਮਰੀਕਾ ਦੀ ਸਾਈਬਰ ਰੱਖਿਆ ਏਜੰਸੀ ਦੇ ਅੰਤਰਿਮ ਮੁਖੀ, ਜਿਸ ਨੂੰ ਸਰਕਾਰ ਦੇ ਭੇਦਾਂ ਦੀ ਰੱਖਿਆ ਕਰਨ ਦਾ ਕੰਮ ਸੌਂਪਿਆ ਗਿਆ, ਉਹਨੇ ਪਿਛਲੀ ਗਰਮੀਆਂ ਵਿੱਚ ਏਜੰਸੀ ਦਾ ਚਾਰਜ ਸੰਭਾਲਣ ਤੋਂ ਬਾਅਦ ਸੰਵੇਦਨਸ਼ੀਲ ਇਕਰਾਰਨਾਮੇ ਦੇ ਦਸਤਾਵੇਜ਼ਾਂ ਨੂੰ ਚੈਟ GPT ਦੇ ਜਨਤਕ ਸੰਸਕਰਣ ਵਿੱਚ ਅਪਲੋਡ ਕੀਤਾ। ਪੋਲੀਟਿਕੋ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਮਧੂ ਗੋਟੂਮੁਕਲਾ ਦੀਆਂ ਕਾਰਵਾਈਆਂ ਨੇ ਕਈ ਸਵੈ-ਚਾਲਿਤ ਸੁਰੱਖਿਆ ਚੇਤਾਵਨੀਆਂ ਨੂੰ ਚਾਲੂ ਕੀਤਾ, ਜੋ ਸੰਘੀ ਨੈਟਵਰਕਾਂ ਤੋਂ ਸਰਕਾਰੀ ਸਮੱਗਰੀ ਦੀ ਚੋਰੀ ਜਾਂ ਅਣਜਾਣੇ ਵਿੱਚ ਖੁਲਾਸੇ ਨੂੰ ਰੋਕਣ ਲਈ ਹੈ। ਡੋਨਾਲਡ ਟਰੰਪ ਦੇ ਭਾਰਤੀ ਮੂਲ ਦੇ ਸਹਾਇਕ ਗੋਟੂਮੁਕਲਾ ਦੀ ਵਿਅੰਗਾਤਮਕ ਗਲਤੀ ਖਾਸ ਤੌਰ ਤੇ ਧਿਆਨ ਦੇਣ ਯੋਗ ਸੀ, ਕਿਉਂਕਿ ਉਸਨੇ ਕਥਿਤ ਤੌਰ ਤੇ ਇਸ ਮਈ ਵਿੱਚ ਏਜੰਸੀ ਵਿੱਚ ਪਹੁੰਚਣ ਤੋਂ ਬਾਅਦ ਪ੍ਰਸਿੱਧ AI ਟੂਲ ਦੀ ਵਰਤੋਂ ਕਰਨ ਲਈ CISA ਦੇ ਮੁੱਖ ਸੂਚਨਾ ਅਧਿਕਾਰੀ ਦੇ ਦਫ਼ਤਰ ਤੋਂ ਵਿਸ਼ੇਸ਼ ਇਜਾਜ਼ਤ ਲਈ ਸੀ। ਇਸ ਤੋਂ ਇਲਾਵਾ ਉਸ ਦੁਆਰਾ ਚੈਟ GPT ਦੇ ਜਨਤਕ ਸੰਸਕਰਣ ਵਿੱਚ ਅਪਲੋਡ ਕੀਤੀ ਗਈ ਸਾਰੀ ਜਾਣਕਾਰੀ AI ਟੂਲ ਦੇ ਮਾਲਕ OpenAI ਨਾਲ ਸਾਂਝੀ ਕੀਤੀ ਜਾਂਦੀ ਹੈ। ਭਾਵ ਇਸ ਦੀ ਵਰਤੋਂ ਐਪ ਦੇ ਦੂਜੇ ਉਪਭੋਗਤਾਵਾਂ ਦੇ ਪ੍ਰੋਂਪਟਾਂ ਦੇ ਜਵਾਬ ਦੇਣ ਵਿੱਚ ਮਦਦ ਕਰਨ ਲਈ ਕੀਤੀ ਜਾ ਸਕਦੀ ਹੈ। OpenAI ਦੀ ਐਪ ਦੇ ਕੁੱਲ 700 ਮਿਲੀਅਨ ਤੋਂ ਵੱਧ ਸਰਗਰਮ ਉਪਭੋਗਤਾ ਹਨ। ਉਸ ਸਮੇਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੋਰ ਕਰਮਚਾਰੀਆਂ ਲਈ ਚੈਟ GPT ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਧੂ ਨੇ CISA ਨੂੰ ਉਹਨਾਂ ਚੈਟ GPT ਦੇਣ ਲਈ ਮਜਬੂਰ ਕੀਤਾ ਅਤੇ ਫਿਰ ਉਸਨੇ ਇਸ ਦੀ ਦੁਰਵਰਤੋਂ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਈਰਾਨ ਪ੍ਰਤੀ ਸਖਤ ਰੁਖ ਬਰਕਰਾਰ ਹੈ। ਉਹਨਾਂ ਨੇ ਈਰਾਨ ਨੂੰ ਮੁੜ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੱਲਬਾਤ ਦੀ ਮੇਜ਼ ਤੇ ਆਵੇ ਅਤੇ ਪਰਮਾਣੂ ਸਮਝੌਤੇ ਕਰੇ, ਨਹੀਂ ਤਾਂ ਅਮਰੀਕਾ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਭਿਆਨਕ ਹਮਲਾ ਕਰੇਗਾ। ਦੂਜੇ ਪਾਸੇ ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਈਰਾਨੀ ਮੁਦਰਾ ਰਿਆਲ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਇਹ 16 ਲੱਖ ਰਿਆਲ ਪ੍ਰਤੀ ਡਾਲਰ ਦੇ ਇਤਿਹਾਸਕ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਉਮੀਦ ਹੈ ਕਿ ਈਰਾਨ ਜਲਦੀ ਹੀ ਗੱਲਬਾਤ ਲਈ ਅੱਗੇ ਆਵੇਗਾ ਅਤੇ ਇੱਕ ਨਿਰਪੱਖ ਅਤੇ ਨਿਆਂਪੂਰਨ ਸਮਝੌਤਾ ਕਰੇਗਾ, ਜੋ ਸਾਰੀਆਂ ਧਿਰਾਂ ਲਈ ਚੰਗਾ ਹੋਵੇਗਾ। ਉਹਨਾਂ ਨੇ ਪਿਛਲੇ ਜੂਨ ਵਿੱਚ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਲਾ ਹਮਲਾ ਇਸ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2015 ਦੇ ਪਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਪਿਛਲੇ ਜੂਨ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਤੱਕ ਚੱਲੇ ਸੰਘਰਸ਼ ਦੌਰਾਨ ਅਮਰੀਕਾ ਨੇ ਈਰਾਨ ਦੇ ਕਈ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਆਇਓਵਾ ਵਿੱਚ ਇੱਕ ਚੋਣ ਪ੍ਰੋਗਰਾਮ ਦੌਰਾਨ ਟਰੰਪ ਨੇ
ਨੇ ਪੱਛਮੀ ਏਸ਼ੀਆ ਵਿੱਚ ਅਮਰੀਕੀ ਫੌਜੀ ਤੈਨਾਤੀ ਵਿੱਚ ਵਾਧੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੱਕ ਹੋਰ ਖੂਬਸੂਰਤ ਆਰਮਾਡਾ ਯਾਨੀ ਜੰਗੀ ਬੇੜਾ ਈਰਾਨ ਵੱਲ ਵਧ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਹ ਸਮਝੌਤਾ ਕਰ ਲੈਣਗੇ। ਅਰਬ ਦੇਸ਼ਾਂ ਦਾ ਰੁਖ ਵੀ ਕੀਤਾ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਸਾਫ਼ ਕਰ ਦਿੱਤਾ ਕਿ ਉਹ ਈਰਾਨ ਤੇ ਕਿਸੇ ਵੀ ਹਮਲੇ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮਿਸਰ ਨੇ ਦੱਸਿਆ ਕਿ ਉਹ ਸ਼ਾਂਤੀ ਬਹਾਲੀ ਲਈ ਈਰਾਨੀ ਵਿਦੇਸ਼ ਮੰਤਰੀ ਅਬਾਸ ਅਤੇ ਅਮਰੀਕੀ ਦੂਤ ਸਟੀਵ ਵਿਟਕੋਫ ਨਾਲ ਵੱਖ-ਵੱਖ ਗੱਲਬਾਤ ਕਰ ਰਿਹਾ ਹੈ। ਇਸ ਤੋਂ ਇਲਾਵਾ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਸ਼ਾਂਤੀ ਸਥਾਪਿਤ ਕਰਨ ਅਤੇ ਜੰਗ ਨੂੰ ਰੋਕਣ ਲਈ ਕਿਸੇ ਵੀ ਪ੍ਰਕਿਰਿਆ ਦਾ ਸਵਾਗਤ ਕਰਦਾ ਹੈ। ਸੋ ਇਰਾਕ ਨੂੰ ਵੀ ਦਿੱਤੀ ਗਈ ਹੈ ਚੇਤਾਵਨੀ। ਇਸ ਦੇ ਨਾਲ ਹੀ ਜੇਕਰ ਸਾਬਕਾ ਪ੍ਰਧਾਨ ਮੰਤਰੀ ਨੂਰੀ ਅਲ ਮਾਲਿਕੀ ਦੀ ਸੱਤਾ ਵਿੱਚ ਵਾਪਸੀ ਹੁੰਦੀ ਹੈ ਤਾਂ ਅਮਰੀਕਾ ਉਸ ਦੇਸ਼ ਦਾ ਸਮਰਥਨ ਨਹੀਂ ਕਰੇਗਾ। ਟਰੰਪ ਪ੍ਰਸ਼ਾਸਨ ਮਾਲਿਕੀ ਨੂੰ ਈਰਾਨ ਦਾ ਕਰੀਬੀ ਮੰਨਦਾ ਹੈ। ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਅਤੇ ਨਵੇਂ ਪ੍ਰਵਾਸੀਆਂ ਦੀ ਆਮਦ ਵਿੱਚ ਆਈ ਖੜੋਤ ਦੇ ਮੱਦੇਨਜ਼ਰ ਅਮਰੀਕਾ ਦੀ ਆਬਾਦੀ ਵਿੱਚ ਸਿਰਫ 18 ਲੱਖ ਦਾ ਵਾਧਾ ਹੋ ਸਕਿਆ ਹੈ। ਜੀ ਹਾਂ, ਮਰਦਮਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਅਮਰੀਕਾ ਦੀ ਵਸੋਂ 0.5% ਵਧੀ ਅਤੇ ਮੌਜੂਦਾ ਵਰ੍ਹੇ ਦੌਰਾਨ ਵਾਧਾ ਮਾਈਨਸ ਵਿੱਚ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਦੀ ਵਸੋਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿੱਚ 13 ਲੱਖ ਦਾ ਵਾਧਾ ਹੋਇਆ, ਜਦਕਿ ਜੁਲਾਈ 2023 ਤੋਂ ਜੁਲਾਈ 2024 ਦਰਮਿਆਨ 27 ਲੱਖ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੈਂਸਸ ਬਿਊਰੋ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਵਿੱਚ ਕਟੌਤੀ ਦਾ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਜੁਲਾਈ 2026 ਤੱਕ ਪ੍ਰਵਾਸੀਆਂ ਦੀ ਆਬਾਦੀ ਵਿੱਚ ਵਾਧੇ ਦੀ ਰਫ਼ਤਾਰ ਘਟ ਕੇ 3,21,000 ਤੇ ਆ ਸਕਦੀ ਹੈ। ਦਿਲਚਸਪ ਤੱਥ ਇਹ ਹੈ ਕਿ ਬੀਤੇ 50 ਵਰ੍ਹਿਆਂ ਤੋਂ ਲਗਾਤਾਰ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਵਸੋਂ ਵਧ ਰਹੀ ਹੈ, ਪਰ ਟਰੰਪ ਸਰਕਾਰ ਦੇ ਤੀਜੇ ਵਰ੍ਹੇ ਵਿੱਚ ਦਾਖਲ ਹੋਣ ਮਗਰੋਂ ਕੁਝ ਹਜ਼ਾਰ ਤੱਕ ਸੀਮਿਤ ਹੋ ਕੇ ਰਹਿ ਸਕਦੀ ਹੈ। ਸੈਂਟਰ ਫॉर ਇਮੀਗ੍ਰੇਸ਼ਨ ਸਟੱਡੀਜ਼ ਦੇ ਰਿਸਰਚਰ ਡਾਇਰੈਕਟਰ ਸਟੀਵਨ ਦਾ ਇਹ ਕਹਿਣਾ ਸੀ ਕਿ ਬਾਈਡਨ ਸਰਕਾਰ ਅਤੇ ਟਰੰਪ ਸਰਕਾਰ ਦਾ ਇਮੀਗ੍ਰੇਸ਼ਨ ਬਾਰੇ ਨਜ਼ਰੀਆ ਬਿਲਕੁਲ ਵੱਖੋ ਵੱਖਰਾ ਹੈ ਅਤੇ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਵੀ ਅਮਰੀਕਾ ਦੀ ਵਸੋਂ ਵਿੱਚ ਵਾਧੇ ਨੂੰ ਰੋਕ ਰਿਹਾ ਹੈ। ਦੂਜੇ ਪਾਸੇ ਪਿਓ ਰਿਸਰਚ ਸੈਂਟਰ ਵਿੱਚ ਨਸਲ ਅਤੇ ਸੱਭਿਆਚਾਰਕ ਪਿਛੋਕੜ ਮਾਮਲਿਆਂ ਦੇ ਡਾਇਰੈਕਟਰ ਨੇ ਇਹ ਵੀ ਮੰਨਿਆ ਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ ਕਰਕੇ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਪਰ ਕੌਮਾਂਤਰੀ ਹਾਲਤ ਵੀ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ। ਅਮਰੀਕਾ ਦੇ ਵਿੱਚ ਜਨਮ ਦਰ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿੱਚ ਕਈ ਦਹਾਕਿਆਂ ਤੋਂ ਕਮੀ ਆ ਰਹੀ ਹੈ, ਪਰ ਪ੍ਰਵਾਸੀਆਂ ਨਾਲ ਆਮਦ ਨਾਲ ਕਿਸੇ ਹੱਦ ਤੱਕ ਭਰਪਾਈ ਹੋ ਜਾਂਦੀ ਹੈ। ਹੁਣ ਬਗੈਰ ਪ੍ਰਵਾਸੀਆਂ ਤੋਂ ਤੇਜ਼ ਵਾਧਾ ਹੋਣ ਦੇ ਆਸਾਰ ਖਤਮ ਹੋ ਚੁੱਕੇ ਹਨ। यूके ਵਿੱਚ ਤੂਫਾਨ ਚੰਦਰਾ ਕਹਿਰ ਢਾਹ ਰਿਹਾ ਹੈ ਅਤੇ ਮੁਲਕ ਦੇ ਕਈ ਹਿੱਸੇ ਪਾਣੀ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਫਾਇਰ ਫਾਈਟਰਸ ਵੱਲੋਂ ਗੱਡੀਆਂ ਵਿੱਚ ਫਸੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਦੀ ਰਿਪੋਰਟ ਹੈ ਅਤੇ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਸਮ ਵਿਭਾਗ ਵੱਲੋਂ ਇੰਗਲੈਂਡ, ਸਕਾਟਲੈਂਡ ਅਤੇ ਵੇਲਸ ਦੇ ਜ਼ਿਆਦਾਤਰ ਇਲਾਕਿਆਂ ਵਾਸਤੇ 3 ਇੰਚ ਤੋਂ ਵੱਧ ਮੀਂਹ ਪੈਣ, 8 ਇੰਚ ਤੱਕ ਬਰਫ਼ਬਾਰੀ ਹੋਣ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੰਗਲਵਾਰ ਰਾਤ ਬਰਫ਼ਬਾਰੀ ਨੇ ਵੀ ਦਸਤਕ ਦੇ ਦਿੱਤੀ ਅਤੇ ਕੁਝ ਥਾਵਾਂ ਦੇ ਤਾਪਮਾਨ -2 ਡਿਗਰੀ ਤੋਂ ਹੇਠਾਂ ਚਲਾ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਦੌਰਾਨ ਯੂਕੇ ਵਿੱਚ ਇੰਨਾ ਮੀਂਹ ਨਹੀਂ ਪੈਂਦਾ ਅਤੇ ਇਸ ਵਾਰ ਨਵੇਂ ਰਿਕਾਰਡ ਸਥਾਪਿਤ ਹੋ ਰਹੇ ਹਨ। ਉੱਤਰੀ ਆਇਰਲੈਂਡ ਦੇ ਕੈਟਸਬ੍ਰਿਜ ਇਲਾਕੇ ਵਿੱਚ 4 ਇੰਚ ਤੋਂ ਵੱਧ ਬਾਰਿਸ਼ ਹੋਈ, ਜਦਕਿ ਡੈਵਨ ਵਿਖੇ 53 mm ਮੀਂਹ ਪਿਆ। ਕੋਰਨਵਾਲ ਵਿਖੇ 45 mm ਅਤੇ ਪਲਾਈਮਥ ਵਿਖੇ 43 mm ਬਾਰਿਸ਼ ਹੋਣ ਦੀ ਰਿਪੋਰਟ ਹੈ। ਤੇਜ਼ ਬਾਰਿਸ਼ ਮਗਰੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਲੋਕਾਂ ਨੂੰ ਦੂਰ ਰਹਿਣ ਦਾ ਸੁਝਾਅ ਦਿੱਤਾ ਗਿਆ। ਵੈਲਸ ਵਿਖੇ ਦਰਜਨਾਂ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਘੱਟ ਦਬਾਅ ਵਾਲਾ ਸਿਸਟਮ ਲੰਡਨ ਸਣੇ ਪੂਰੇ ਮੁਲਕ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਧਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਅਚਨਚੇਤ ਆਈ ਤਬਦੀਲੀ ਬਜ਼ੁਰਗਾਂ ਜਾਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਵਾਸਤੇ ਵੱਡਾ ਖਤਰਾ ਪੈਦਾ ਕਰ ਰਹੀ ਹੈ ਅਤੇ ਹਸਪਤਾਲਾਂ ਵਿੱਚ ਪੁਖਤਾ ਬੰਦੋਬਸਤ ਕੀਤੇ ਗਏ ਹਨ। ਕੋਲੰਬੀਆ ਅਤੇ ਵੈਨਜ਼ੂਏਲਾ ਦੀ ਸਰਹੱਦ ਦੇ ਨੇੜੇ ਨੋਰਤੇ ਤੇ ਸੈਂਟਰਡ ਸੂਬੇ ਵਿੱਚ ਸਤੇਨਾ 에ਅਰਲਾਈਨ ਦਾ ਇੱਕ ਵਪਾਰਕ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 15 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਟੇਕ ਆਫ ਦੇ ਕੁਝ ਹੀ ਮਿੰਟਾਂ ਬਾਅਦ ਵਾਪਰਿਆ ਜਦੋਂ ਜਹਾਜ਼ ਕੁਕਟਾ ਤੋਂ ਉੱਡ ਕੇ ਓਕਾਨਾ ਜਾ ਰਿਹਾ ਸੀ। ਸਰਕਾਰੀ ਅਤੇ 에ਅਰਲਾਈਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾਗ੍ਰਸਤ ਜਹਾਜ਼ ਜੋ ਹੈ ਉਹ ਬੀਚ ਕਰਾਫਟ 1901 1900D ਸੀ ਅਤੇ ਜਿਸ ਵਿੱਚ 13 ਯਾਤਰੀ ਅਤੇ 2 ਕਰੂ ਮੈਂਬਰ
ਸਵਾਰ ਸਨ। ਮਰਨ ਵਾਲਿਆਂ ਵਿੱਚ ਦੇਸ਼ ਦੇ ਇੱਕ ਮੌਜੂਦਾ ਸੰਸਦ ਮੈਂਬਰ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈ ਰਹੇ ਇੱਕ ਵਿਧਾਨ ਸਭਾ ਉਮੀਦਵਾਰ ਵੀ ਸ਼ਾਮਲ ਹਨ। ਇਹ ਜਹਾਜ਼ ਕੋਲੰਬੀਆ ਦੇ ਨੋਰਤੇ ਦੇ ਸੈਂਟੈਂਡਰ ਇਲਾਕੇ ਦੇ ਕੁਕਟਾ ਸ਼ਹਿਰ ਤੋਂ ਉੱਡਿਆ ਸੀ ਅਤੇ ਦੁਪਹਿਰ ਨੂੰ ਓਕਾਨਾ ਪਹੁੰਚਣਾ ਸੀ, ਪਰ ਲੈਂਡਿੰਗ ਤੋਂ ਕੁਝ ਹੀ ਸਮਾਂ ਪਹਿਲਾਂ ਜਹਾਜ਼ ਦਾ 에ਅਰ ਟ੍ਰੈਫਿਕ ਕੰਟਰੋਲ ਨਾਲ ਅਚਾਨਕ ਸੰਪਰਕ ਟੁੱਟ ਗਿਆ। ਲੰਬੇ ਸਮੇਂ ਤੱਕ ਸੰਪਰਕ ਨਾ ਹੋਣ ਤੇ ਪ੍ਰਸ਼ਾਸਨ ਨੇ ਤੁਰੰਤ ਖੋਜ ਅਭਿਆਨ ਸ਼ੁਰੂ ਕੀਤਾ। ਬਾਅਦ ਵਿੱਚ ਜਦੋਂ ਜਹਾਜ਼ ਦਾ ਮਲਬਾ ਮਿਲਿਆ, ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕ ਮਰਨ ਵਾਲੇ ਸਨ। ਸੋ ਜਹਾਜ਼ ਵਿੱਚ ਕੁੱਲ 13 ਯਾਤਰੀ ਅਤੇ 2 ਕ੍ਰੂ ਮੈਂਬਰ ਸਵਾਰ ਸਨ। ਇਹ ਉਡਾਨ ਸਥੇਨਾ ਫਲਾਈਟ 8895 ਦੇ ਨਾਮ ਨਾਲ ਜਾਣੀ ਜਾ ਰਹੀ ਸੀ। ਇਸ ਦੁਖਦਾਈ ਹਾਦਸੇ ਵਿੱਚ ਕੋਲੰਬੀਆ ਦੀ ਚੈਂਬਰ ਆਫ ਡਿਪਟੀਜ਼ ਦੇ ਮੈਂਬਰ ਡਿਓਜੇਨਸ ਅਤੇ ਚੋਣੀ ਉਮੀਦਵਾਰ ਕਾਰਲੋਸ ਦੀ ਵੀ ਮੌਤ ਹੋ ਗਈ ਹੈ। ਦੋਹਾਂ ਆਪਣੇ ਸਿਆਸੀ ਦਲਾਂ ਦੀ ਟੀਮ ਦੇ ਨਾਲ ਯਾਤਰਾ ਕਰ ਰਹੇ ਸਨ। ਘਟਨਾ ਦੀ ਖਬਰ ਮਿਲਦੇ ਹੀ ਸਿਆਸੀ ਮਾਹੌਲ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਸਥਾਨਕ ਵਿਧਾਇਕ ਵਿਲਮਰ ਨੇ ਇਸ ਨੂੰ ਬਹੁਤ ਹੀ ਦੁਖਦਾਈ ਹਾਦਸਾ ਕਿਹਾ ਅਤੇ ਲੋਕਾਂ ਨੂੰ ਧੀਰਜ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਰਾਹਤ ਅਤੇ ਬਚਾਅ ਕਾਰਜ ਹੁਣ ਲਾਸ਼ਾਂ ਨੂੰ ਬਾਹਰ ਕੱਢਣ ਅਤੇ ਉਹਨਾਂ ਦੀ ਪਛਾਣ ਕਰਨ ਦੇ ਕੰਮ ਵਿੱਚ ਬਦਲ ਚੁੱਕਿਆ ਹੈ। ਅਮਰੀਕਾ ਦੇ ਪੂਰਬੀ ਹਿੱਸੇ ਵਿੱਚ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ। ਭਿਆਨਕ ਬਰਫੀਲੇ ਤੂਫਾਨ ਅਤੇ ਕੜਾਕੇ ਦੀ ਠੰਡ ਕਾਰਨ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਦੇ ਅਨੁਸਾਰ ਇਹ ਪਿਛਲੇ ਕਈ ਦਹਾਕਿਆਂ ਦਾ ਸਭ ਤੋਂ ਲੰਬਾ ਅਤੇ ਖਤਰਨਾਕ ਠੰਡ ਦਾ ਦੌਰ ਹੋ ਸਕਦਾ ਹੈ। ਠੰਡ ਦੇ ਇਸ ਕਹਿਰ ਦੌਰਾਨ ਟੈਕਸਾਸ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਜੰਮੀ ਹੋਈ ਝੀਲ ਦੀ ਸਤਹ ਨੂੰ ਟੁੱਟਣ ਸਤਹ ਦੇ ਟੁੱਟਣ ਕਾਰਨ 6, 8 ਅਤੇ 9 ਸਾਲ ਦੀ ਉਮਰ ਦੇ 3 ਸਕੇ ਭਰਾ ਪਾਣੀ ਵਿੱਚ ਡੁੱਬ ਗਏ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਵਰਜੀਨੀਆ ਵਿੱਚ ਵੀ ਇੱਕ ਬੱਚੇ ਦੀ ਤਲਾਬ ਵਿੱਚ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਮਿਸਿਸਿਪੀ ਸੂਬੇ ਵਿੱਚ ਬਰਫ਼ਬਾਰੀ ਕਾਰਨ ਹਾਲਾਤ ਬੱਤਰ ਹੋ ਗਏ ਹਨ। ਇੱਥੇ ਇੰਟਰਸਟੇਟ 55 ਹਾਈਵੇ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਗਿਆ ਹੈ, ਜਿਸ ਕਾਰਨ ਸੈਂਕੜੇ ਗੱਡੀਆਂ ਰਸਤੇ ਵਿੱਚ ਹੀ ਫਸ ਗਈਆਂ ਹਨ। ਗਵਰਨਰ ਟੇਟ ਰੀਵਜ਼ ਨੇ ਦੱਸਿਆ ਕਿ ਫਸੇ ਹੋਏ ਲੋਕਾਂ ਦੀ ਮਦਦ ਲਈ ਟੋ ਟਰੱਕ ਅਤੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਠੰਡ ਦੇ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮਿਸਿਸਿਪੀ ਅਤੇ ਟੈਨੈਂਸੀ ਵਿੱਚ ਲਗਭਗ 3.8 ਲੱਖ ਘਰ ਅਤੇ ਦੁਕਾਨਾਂ ਹਨੇਰੇ ਵਿੱਚ ਡੁੱਬੀਆਂ ਹੋਈਆਂ ਹਨ। ਨੈਸ਼ਵਿਲ ਵਿੱਚ ਤਾਪਮਾਨ -10 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਬਿਜਲੀ ਨਾ ਹੋਣ ਕਾਰਨ ਲੋਕ ਘਰ ਗਰਮ ਕਰਨ ਲਈ ਜਨਰੇਟਰਾਂ ਅਤੇ ਗੈਸ ਹੀਟਰਾਂ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਫੈਲ ਰਹੀ ਹੈ। ਨੈਸ਼ਵਿਲ ਦੇ ਇੱਕ ਹਸਪਤਾਲ ਵਿੱਚ ਹੁਣ ਤੱਕ 48 ਬੱਚਿਆਂ ਨੂੰ ਇਸ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਇਲਾਜ ਲਈ ਲਿਆਂਦਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਬੀਤੇ ਦਿਨੀ ਤੜਕੇ ਵਾਪਰੇ ਗੋਲੀकांड ਦੇ ਮਾਮਲੇ ਵਿੱਚ ਸਰੀ ਪੁਲਿਸ ਸੇਵਾ ਨੇ ਗ੍ਰਿਫਤਾਰ ਕੀਤੇ 2 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਜਨਤਾ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਮਕਸਦ ਨਾਲ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਦੇ ਅਕੋਰਡਿੰਗ ਇਸ ਮਾਮਲੇ ਵਿੱਚ 21 ਸਾਲਾਂ ਦਾ ਹੰਸਪ੍ਰੀਤ ਸਿੰਘ ਅਤੇ 20 ਸਾਲਾਂ ਦਾ ਹਰਸ਼ਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ। ਦੋਹਾਂ ਤੇ ਤੜਕੇ ਹੋਈ ਗੋਲੀਬਾਰੀ ਨਾਲ ਸੰਬੰਧਿਤ ਗੰਭੀਰ ਦੋਸ਼ ਲਗਾਏ ਗਏ ਹਨ। ਹਾਲਾਂਕਿ ਜਾਂਚਕਾਰੀ ਟੀਮ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਨੂੰ ਹਾਲੇ ਤੱਕ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਹਰ ਪੱਖੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਮਾਮਲੇ ਦੀ ਗਹਿਰਾਈ ਤੱਕ ਪਹੁੰਚਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਹੋਰ ਸੰਭਾਵਿਤ ਤੱਥ ਸਾਹਮਣੇ ਆ ਸਕਦੇ ਹਨ। ਅਮਰੀਕਾ ਦੇ ਲਾਸ ਐਂਜਲਸ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਇੱਕ ਬੇहद ਅਹਿਮ ਮੁਕੱਦਮਾ ਸ਼ੁਰੂ ਹੋਣ ਜਾ ਰਿਹਾ ਹੈ। ਕੈਲੀਫੋਰਨੀਆ ਦੀ 19 ਸਾਲਾਂ ਦੀ ਮੁਟਿਆਰ ਨੇ ਮੈਟਾ, ਟਿਕਟੌਕ ਤੇ YouTube ਵਰਗੇ ਪਲੇਟਫਾਰਮਾਂ ਤੇ ਗੰਭੀਰ ਦੋਸ਼ ਲਾਉਂਦੇ ਹੋਏ ਇਹ ਕਿਹਾ ਕਿ ਨਾ ਐਪ ਸੀ ਲੱਤ ਨੇ ਉਸ ਨੂੰ ਡੂੰਗੀ ਨਿਰਾਸ਼ਾ ਡਿਪਰੈਸ਼ਨ ਵਿੱਚ ਧੱਕ ਦਿੱਤਾ ਅਤੇ ਉਸ ਦੇ ਮਨ ਵਿੱਚ ਖੁਦਕੁਸ਼ੀ ਵਰਗੇ ਖਤਰਨਾਕ ਵਿਚਾਰ ਆਉਣ ਲੱਗੇ ਹਨ। ਇਸ ਕੇਸ ਨੂੰ ਟੈਂਕ ਇੰਡਸਟਰੀ ਲਈ ਇੱਕ ਟਰਨਿੰਗ ਪੁਆਇੰਟ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੰਦਾਜ਼ੇ ਕਿ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਜਾਣਬੁੱਝ ਕੇ ਅਜਿਹੇ ਐਲਗੋਰਿਦਮ ਤੇ ਫੀਚਰਸ ਵਿਕਸਿਤ ਕੀਤੇ ਹਨ ਜਿਨ੍ਹਾਂ ਦਾ ਮਕਸਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਸਕਰੀਨ ਦੇ ਨਾਲ ਜੋੜੀ ਰੱਖਣਾ ਹੈ। ਮੁਟਿਆਰ ਦਾ ਇਹ ਕਹਿਣਾ ਹੈ ਕਿ ਲਗਾਤਾਰ ਨੋਟੀਫਿਕੇਸ਼ਨ, ਸਕਰੋਲ ਅਤੇ ਕੰਟੈਂਟ ਰਿਕਮੈਂਡੇਸ਼ਨਸ ਨੇ ਉਸ ਦੀ ਮਾਨਸਿਕ ਸਿਹਤ ਤੇ ਡੂੰਘਾ ਅਸਰ ਪਾਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇਸ ਲਈ ਅਹਿਮ ਹੈ ਕਿਉਂਕਿ ਇਹ ਉਹਨਾਂ ਹਜ਼ਾਰਾਂ ਮੁਕੱਦਮਿਆਂ ਵਿੱਚੋਂ ਪਹਿਲਾ ਹੈ ਜਿਨ੍ਹਾਂ ਵਿੱਚ ਪਰਿਵਾਰਾਂ ਨੇ ਸੋਸ਼ਲ
ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਬੁੱਧਵਾਰ ਤੋਂ ਜਿਊਰੀ ਚੋਣ ਪ੍ਰਕਿਰਿਆ ਦੇ ਨਾਲ ਇਸ ਮੁਕੱਦਮੇ ਦੀ ਰਸਮੀ ਸ਼ੁਰੂਆਤ ਹੋਈ। ਕਾਨੂੰਨੀ ਮਾਹਰਾਂ ਦੇ ਅਨੁਸਾਰ ਇਹ ਟ੍ਰਾਇਲ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ, ਕਿਉਂਕਿ ਇਸ ਵਿੱਚ 2 ਲੈਵਲਾਂ ਤੇ ਸੁਣਵਾਈ ਹੋਵੇਗੀ। ਪਹਿਲਾ ਲੈਵਲ ਤੇ ਸੂਬਾ ਪੱਧਰ ਤੇ ਮੁਕੱਦਮੇ ਸ਼ਾਮਲ ਹਨ ਜੋ ਪੀੜਿਤ ਪਰਿਵਾਰਾਂ ਨੇ ਦਾਇਰ ਕੀਤੇ ਹਨ। ਦੂਜੇ ਸੰਘੀ ਪੱਧਰ ਦੇ ਮੁਕੱਦਮੇ ਹਨ ਜਿਨ੍ਹਾਂ ਵਿੱਚ ਪਰਿਵਾਰਾਂ ਦੇ ਨਾਲ-ਨਾਲ ਸਕੂਲ ਸੂਬਿਆਂ ਦੇ ਅਟਾਰਨੀ ਜਨਰਲ ਅਤੇ ਨੇਟਿਵ ਅਮਰੀਕੀ ਕਬੀਲੇ ਵੀ ਸ਼ਾਮਲ ਹਨ। ਟੈਕ ਦਿਗਜਾ ਦੀ ਹੋਵੇਗੀ, ਇਸ ਵਿੱਚ ਪੇਸ਼ੀ ਹੋਏਗੀ। ਇਸ ਹਾਈ ਪ੍ਰੋਫਾਈਲ ਕੇਸ ਵਿੱਚ ਟੈਕ ਇੰਡਸਟਰੀ ਦੇ ਵੱਡੇ ਨਾਮ ਵੀ ਅਦਾਲਤ ਵਿੱਚ ਗਵਾਹੀ ਦੇਣਗੇ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਦੇ ਬਿਆਨ ਦਰਜ ਕੀਤੇ ਜਾਣੇ ਹਨ। ਹਾਲਾਂਕਿ ਸਨੈਪ ਦੇ ਸੀਈਓ ਇਵਾਨ ਸਪੀਗਲ ਨੇ ਵੀ ਗਵਾਹੀ ਦੇਣੀ ਸੀ, ਪਰ ਸਨੈਪ ਨੇ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਝੌਤਾ ਕਰ ਲਿਆ। ਇਸ ਦੇ ਬਾਵਜੂਦ ਕੰਪਨੀ ਹੋਰ ਮਾਮਲਿਆਂ ਵਿੱਚ ਅਜੇ ਵੀ ਕਾਨੂੰਨੀ ਲੜਾਈ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਵੈਨਜ਼ੂਏਲਾ ਨੂੰ ਉਹ ਤੇਲ ਟੈਂਕਰ ਵਾਪਸ ਸੌਂਪ ਦਿੱਤਾ ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਜ਼ਬਤ ਕੀਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਨਾਮ ਨਾ ਛੱਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਪਹਿਲਾ ਜਾਣਿਆ ਜਾਂਦਾ ਮਾਮਲਾ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਜ਼ਬਤ ਕੀਤੇ ਗਏ ਤੇਲ ਟੈਂਕਰਾਂ ਵਿੱਚੋਂ ਕੋਈ ਟੈਂਕਰ ਵਾਪਸ ਕੀਤਾ ਹੋਵੇ। 7 ਜਨਵਰੀ ਨੂੰ ਇਸ ਨੂੰ ਜ਼ਬਤ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਵੈਨਜ਼ੂਏਲਾ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਇਸ ਸੁਪਰ ਟੈਂਕਰ ਦਾ ਨਾਮ ਐਮਟੀ ਸੋਫੀਆ ਹੈ ਜੋ ਪਨਾਮਾ ਦੇ ਝੰਡੇ ਹੇਠ ਚੱਲ ਰਿਹਾ ਸੀ। ਇਸ ਟੈਂਕਰ ਨੂੰ 7 ਜਨਵਰੀ ਨੂੰ ਅਮਰੀਕੀ ਕੋਸਟ ਗਾਰਡ ਅਤੇ ਫੌਜੀ ਬਲਾਂ ਨੇ ਕਾਬੂ ਕੀਤਾ ਸੀ। ਉਸ ਸਮੇਂ ਪ੍ਰਸ਼ਾਸਨ ਨੇ ਇਸ ਨੂੰ ਪਾਬੰਦੀਸ਼ੁਦਾ ਅਤੇ ਇੱਕ ਅਜਿਹਾ ਮੋਟਰ ਟੈਂਕਰ ਦੱਸਿਆ ਸੀ ਜਿਸ ਦਾ ਕੋਈ ਦੇਸ਼ ਨਿਸ਼ਚਿਤ ਨਹੀਂ ਸੀਗਾ। ਹਾਲਾਂਕਿ ਅਮਰੀਕਾ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਟੈਂਕਰ ਵਾਪਸ ਕਿਉਂ ਕੀਤਾ ਗਿਆ ਹੈ। ਅਮਰੀਕਾ ਪਿਛਲੇ ਸਾਲ ਦੇ ਅੰਤ ਤੋਂ ਵੈਨਜ਼ੂਏਲਾ ਨਾਲ ਸੰਬੰਧਿਤ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ ਅਤੇ ਹੁਣ ਤੱਕ 7 ਟੈਂਕਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ। ਰਾਸ਼ਟਰਪਤੀ ਟਰੰਪ ਦਾ ਮੁੱਖ ਉਦੇਸ਼ ਨਿਕੋਲਸ ਮਾਦੂਰੋ ਨੂੰ ਸੱਤਾ ਤੋਂ ਬਾਹਰ ਕਰਨਾ ਰਿਹਾ। ਡਿਪਲੋਮੈਟਿਕ ਹੱਲ ਨਾ ਨਿਕਲਣ ਕਾਰਨ 3 ਜਨਵਰੀ ਨੂੰ ਇੱਕ ਗੁਪਤ ਰਾਤੋਂ ਰਾਤ ਛਾਪੇਮਾਰੀ ਦੌਰਾਨ ਮਾਦੂਰੋ ਅਤੇ ਉਹਨਾਂ ਦੀ ਪਤਨੀ ਨੂੰ ਫੜਨ ਦੇ ਹੁਕਮ ਵੀ ਦਿੱਤੇ ਗਏ ਸਨ। ਟਰੰਪ ਨੇ ਵੀ ਸੰਕੇਤ ਦਿੱਤਾ ਕਿ ਅਮਰੀਕਾ ਵੈਨਜ਼ੂਏਲਾ ਦੇ ਤੇਲ ਸਰੋਤਾਂ ਨੂੰ ਅਣਮਿੱਥੇ ਸਮੇਂ ਲਈ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਹੈ। ਅਮਰੀਕਾ ਦੀ ਯੋਜਨਾ ਵੈਨਜ਼ੂਏਲਾ ਦੇ ਖਸਤਾਹਾਲ ਤੇਲ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ $100 ਬਿਲੀਅਨ ਦਾ ਨਿਵੇਸ਼ ਕਰਨ ਦੀ ਹੈ। ਫਿਲਹਾਲ ਇਸ ਟੈਂਕਰ ਦੀ ਵਾਪਸੀ ਨੂੰ ਖੇਤਰ ਵਿੱਚ ਬਦਲਦੀ ਸਿਆਸੀ ਸਥਿਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।